सतगुरां दी साजी निवाजे गुरु रूप प्यारी साध संगत जी, आप सारियां संगतां गुरु दरबार दे विच पहुँच करके अपने जन्म दे कुछ पल कुछ घड़ियां सफलियां करन दे यतन करदे हां। गुरु साहिब जी महाराज जद भी प्राणी गुरु दरबार दे विच आउंदा है ते गुरु साहिब उन्होंने अपना पवित्र हुक्म बख्शिश करते ने। सारी गुरबाणी जिहड़े गुरमुख जन पढ़ते ने सुनते हैं, वारी वारी अकाल पुरख महाराज जी अपना हुक्म जारी करते ने ताकि जिहड़ी मनुखा देही इस नूं मिली है ये किते अजाई ना चली जावे। इहदे विच बहुते गुण होण, अवगुण कोई भी ना होवे, विलक्षणता वाली जिंदगी इसदी बन जावे। क्योंकि एक अवगुण भी मनुख की जिंदगी नूं नाश करके रख दिंदा है। मनुखों तो पशुओं की श्रेणी दे विच मनुख चलिया जाता है। रविदास भगत जी दे बोल ने, माधो अविद्या हितकीन जिन विवेक दीप मलीन। अविद्या कहते ने विद्या तो रहत नूं, जिन्हां दे कोल ज्ञान है नहीं, विद्या बिल्कुल भी नहीं है, उन्हां नूं अविद्या कहते ने। माधो अविद्या हितकीन, जिन्हां कोल ज्ञान है नहीं अक्सर ही वो अपने अवगुणा करके नाश हो जाते हैं। रविदास भगत जी ने बड़े अनमोल वचन कहे ने, मिर्ग मीन भृंग पतंग कुंचर एक दोख विनाश, पंच दोख असाध जामै ताकि केतक आस। इन्हां जानवरां दा नाम लेंदे रविदास भगत जी कुछ सानूं समझाउण दे यतन करदे ने। मिर्ग दे विच एक दोख पाया गया है कि जदों मिर्ग नूं पकड़ना होवे ते शिकारी जिहड़े ने वो घंडे हेड़े दा साज बनाउंदे ने। घंडे हेड़े की आवाज़ जदों मिर्ग नूं सुनाई दिंदी है, फिर यह झाड़ां दे विचों निकल के उस जगह ते आ जाता है जिथे घंडे हेड़े की आवाज़ चल रही हुंदी है। ते शिकारी उन्होंने बड़े आसान तरीके दे नाल पकड़ लैंदा है। उंज ते मिर्ग पकड़ना फड़ना बड़ा औखा है क्योंकि तेज बड़ा दौड़दा है। पर शिकारी उन्होंने बड़े आसान तरीके दे नाल पकड़ लैंदे ने। उहदे विच एक दोख पाया गया है कि वह घंडे हेड़े की आवाज़ सुनदियां सार ही झाड़ियां चों निकल के शिकारी कोल खुद पहुँच जाता है।
ਉਹਨੂੰ ਇਸ ਗੱਲ ਦਾ ਗਿਆਨ ਨਹੀਂ ਹੈ ਕਿ ਸ਼ਿਕਾਰੀ ਆਵਾਜ਼ ਮਾਰ ਰਿਹਾ ਅਤੇ ਮੈਂ ਸ਼ਿਕਾਰੀ ਦੇ ਕੋਲ ਜਾ ਰਿਹਾ। ਇੱਕ ਦੋਖ ਪਾਇਆ ਸੀ, ਇੱਕ ਦੋਖ ਨੇ ਮਿਰਗ ਦੀ ਜਾਨ ਖਤਰੇ ਵਿੱਚ ਪਾ ਦਿੱਤੀ ਹੈ। ਮਿਰਗ ਮੀਨ, ਮੀਨ ਕਹਿੰਦੇ ਨੇ ਮੱਛੀ ਨੂੰ। ਸਮੁੰਦਰ ਦੇ ਵਿੱਚੋਂ, ਪਾਣੀ ਵਿੱਚੋਂ ਮੱਛੀ ਪਕੜਨੀ ਬੜੀ ਔਖੀ ਹੈ। ਸ਼ਿਕਾਰੀ ਫੰਦਕ ਕੀ ਕਰਦੇ ਨੇ, ਇੱਕ ਕੁੰਡੀ ਬਣਾ ਲੈਂਦੇ ਨੇ, ਉਸ 'ਤੇ ਥੋੜ੍ਹਾ ਜਿਹਾ ਭੋਜਨ ਲਾ ਦਿੰਦੇ ਹਨ। ਉਸ ਭੋਜਨ ਦੀ ਤਲਾਸ਼ ਦੇ ਵਿੱਚ ਮੱਛੀ ਦੂਰੋਂ ਭੱਜ ਕੇ ਆਉਂਦੀ ਹੈ ਕਿ ਮੈਂ ਇਹ ਭੋਜਨ ਛਕਣਾ ਹੈ। ਜਦੋਂ ਭੋਜਨ ਛਕਣ ਲੱਗਦੀ ਹੈ ਅਤੇ ਉਹਦੇ ਮੁਖੜੇ ਦੇ ਵਿੱਚ ਕੁੰਡੀ ਪੈ ਜਾਂਦੀ ਹੈ। ਸ਼ਿਕਾਰੀ ਪਾਣੀ ਤੋਂ ਬਾਹਰ ਕੱਢ ਕੇ ਉਹਨੂੰ ਖਤਮ ਕਰ ਦਿੰਦੇ ਨੇ। ਤੜਫ ਤੜਫ ਕੇ ਆਪਣੀ ਜਾਨ ਦੇ ਦਿੰਦੀ ਹੈ। ਇੱਕ ਦੋਖ ਪਾਇਆ ਮੱਛੀ ਦੇ ਵਿੱਚ, ਮੀਨ ਦੇ ਵਿੱਚ, ਉਹ ਆਪਣੀ ਜਾਨ ਗਵਾ ਬਹਿੰਦੀ ਹੈ। ਮਿਰਗ ਮੀਨ ਭਰਿੰਗ, ਭਰਿੰਗੀ ਨੂੰ ਕਹਿੰਦੇ ਨੇ। ਉਹ ਜਦ ਵੀ ਦੀਵੇ ਦੀ ਲਾਟ ਦੇਖਦਾ ਦੂਰੋਂ ਚਾਨਣਾ, ਅਤੇ ਦੀਵੇ ਦੇ ਉਹ ਚਾਰ ਚੁਫੇਰੇ ਪਰਿਕਰਮਾ ਕਰਦਾ ਰਹਿੰਦਾ ਹੈ। ਚਾਨਣੇ ਨੂੰ ਛੱਡਦਾ ਨਹੀਂ ਹੈ। ਅਕਸਰ ਉਹ ਚਾਨਣੇ ਦੇ ਨੇੜੇ ਹੁੰਦਾ ਉਹਦੇ ਚਾਨਣੇ ਦੀ ਲਪੇਟ ਦੇ ਵਿੱਚ ਆ ਜਾਂਦਾ ਅਤੇ ਦੀਵੇ 'ਤੇ ਜਲ ਕੇ ਖਤਮ ਹੋ ਜਾਂਦਾ ਹੈ। ਮਿਰਗ ਮੀਨ ਭਰਿੰਗ ਪਤੰਗ ਕੁੰਚਰ, ਪਤੰਗੇ ਦਾ ਵੀ ਇਹੋ ਹੀ ਹਾਲ ਹੈ, ਆਪਣੀ ਜਾਨ ਉਹ ਵੀ ਗਵਾ ਲੈਂਦਾ ਹੈ। ਕੁੰਚਰ ਹਾਥੀ ਨੂੰ ਪਕੜਨਾ ਬੜਾ ਔਖਾ ਹੈ। ਸ਼ਿਕਾਰੀ ਇੱਕ ਬਨਾਵਟੀ ਹਥਨੀ ਬਣਾ ਲੈਂਦੇ ਨੇ, ਥੱਲੇ ਟੋਆ ਪੱਟ ਕੇ ਉੱਤੇ ਛੱਤ ਪਾ ਕੇ ਉਹਦੇ ਉੱਤਰ ਹਥਨੀ ਖੜਾ ਦਿੰਦੇ ਨੇ। ਕਾਮ ਵਾਸ਼ਨਾ ਦੇ ਵਿੱਚ ਗਰਸਿਆ ਹੋਇਆ ਹਾਥੀ ਜਦ ਆਉਂਦਾ ਹੈ ਅਤੇ ਉਹ ਛੱਤ ਟੁੱਟ ਜਾਂਦੀ ਹੈ, ਉਸ ਦੇ ਭਾਰ ਦੇ ਨਾਲ ਟੋਏ ਦੇ ਵਿੱਚ ਡਿੱਗ ਪੈਂਦਾ ਹੈ। ਸ਼ਿਕਾਰੀ ਉਹਦੇ ਬਰਛੇ ਮਾਰ ਮਾਰ ਕੇ ਉਹਦੀ ਤਾਕਤ ਨੂੰ ਖਤਮ ਕਰ ਦਿੰਦੇ ਨੇ। ਜਿਹੜਾ ਹਾਥੀ ਬੜੇ ਵੱਡੇ ਵੱਡੇ ਦਰਖਤਾਂ ਨੂੰ ਖਤਮ ਕਰ ਦਿੰਦਾ ਹੈ, ਉਹ ਹਾਥੀ ਨੂੰ ਇੱਕ ਸੰਗਲ ਦੇ ਨਾਲ ਬੰਨ੍ਹ ਕੇ ਸ਼ਿਕਾਰੀ ਖੜਾ ਲੈਂਦੇ ਨੇ। ਉਹਦੀ ਤਾਕਤ, ਉਹਦੀ ਬੁੱਧੀ ਖਤਮ ਕਰ ਦਿੰਦੇ ਨੇ। ਰਵਿਦਾਸ ਭਗਤ ਜੀ ਕਹਿੰਦੇ ਨੇ ਇਹਨਾਂ ਸਾਰਿਆਂ ਦੇ ਵਿੱਚ ਇੱਕ ਇੱਕ ਦੋਖ ਪਾਇਆ ਗਿਆ ਸੀ, ਜਿਨ੍ਹਾਂ ਕਾਰਨਾਂ ਕਰਕੇ ਇਹ ਸਾਰੇ ਦੇ ਸਾਰੇ ਖਤਮ ਹੋ ਗਏ ਨੇ। ਮਿਰਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਇੱਕ ਦੋਖ ਦੇ ਕਾਰਨ ਕਰਕੇ ਵਿਨਾਸ਼ ਹੋ ਗਏ, ਖਤਮ ਹੋ ਗਏ ਨੇ। ਪੰਚ ਦੋਖ ਅਸਾਧ ਜਾਮਹਿ ਤਾਕੀ ਕੇਤਕ ਆਸ। ਐ ਮਨੁੱਖ, ਤੇਰੇ ਵਿੱਚ, ਇਕੱਲੇ ਮਨੁੱਖ ਦੇ ਵਿੱਚ ਇਹ ਪੰਜੇ ਦੇ ਪੰਜੇ ਦੋਖ ਪਾਏ ਹੋਏ ਨੇ। ਤੇਰੀ ਕਿੱਥੋਂ ਕੁ ਤੱਕ ਆਸ ਹੈ ਕਿ ਤੂੰ ਬਚ ਰਹੇਂਗਾ ਇਹਨਾਂ ਤੋਂ? ਤੇਰੇ ਪੰਜੇ ਤੇਰੇ ਵਿੱਚ ਨੇ, ਤੋ ਫਿਰ ਕਿੱਥੋਂ ਕੁ ਤੱਕ ਤੂੰ ਆਪਣੀ ਆਸ ਲਾ ਸਕਦਾ ਕਿ ਇਹਨਾਂ ਦੋਖਾਂ ਤੋਂ ਕਿਵੇਂ ਬਚੇਗਾ? ਇਹਨਾਂ ਨੇ ਤੇ ਇੱਕ ਦੋਖ ਕਾਰਨ ਕਰਕੇ ਆਪਣੀ ਜਾਨ ਗਵਾ ਲਈ ਹੈ। ਮਦ ਅਵਿਦਿਆ ਹਿਤ ਕੀਨ, ਅਵਿਦਿਆ ਵਿਦਿਆ ਤੋਂ ਰਹਿਤ, ਚਾਨਣੇ ਤੋਂ ਰਹਿਤ, ਗਿਆਨ ਤੋਂ ਰਹਿਤ। ਜੇ ਤੂੰ ਪਰਮਾਤਮਾ ਦਾ ਗਿਆਨ ਨਹੀਂ ਲੈਤਾ ਤੇ ਫਿਰ ਇਹ ਤੇਰੇ ਜੀਵਨ ਨੂੰ ਬਰਬਾਦ ਕਰਕੇ ਰੱਖ ਦੇਣਗੇ। ਮਦ ਅਵਿਦਿਆ ਹਿਤ ਕੀਨ, ਵਿਦਿਆ ਤੋਂ ਰਹਿਤ। ਜਿਹੜੇ ਵਿਦਿਆ ਤੋਂ ਰਹਿਤ ਨੇ, ਪੁਰਾਤਨ ਸਮਿਆਂ ਦੇ ਵਿੱਚ ਜਿਹੜੇ ਪੰਡਿਤ ਲੋਕ ਹੁੰਦੇ ਸਨ, ਬ੍ਰਾਹਮਣ ਲੋਕ ਹੁੰਦੇ ਸਨ, ਉਹਨਾਂ ਕੋਲ ਅਕਸਰ
ਜਿਹੜੀ ਸੀ ਉਹ ਵਿੱਦਿਆ ਬਹੁਤ ਹੁੰਦੀ ਸੀ, ਬਹੁਤ ਸਾਰੀ ਵਿੱਦਿਆ ਉਹਨਾਂ ਦੇ ਕੋਲ ਹੁੰਦੀ ਸੀ ਅਤੇ ਉਹ ਰੱਬ ਦੇ ਘਰ ਦੀਆਂ ਗੱਲਾਂ ਕਰਦੇ, ਰੱਬ ਦੇ ਘਰ ਦੀਆਂ ਗੱਲਾਂ ਸੁਣਾਉਂਦੇ ਅਤੇ ਆਪਣੀ ਵਿੱਦਿਆ ਦੇ ਨਾਲ ਉਹ ਤਮਾਮ ਲੋਕਾਂ ਨੂੰ ਸੀ ਜਿਹੜਾ ਬੜੇ ਗੁੰਮਰਾਹ ਕਰਦੇ ਸਨ। ਕਾਂਸੀ ਦੇ ਵਿੱਚ ਵੀ ਰਵਿਦਾਸ ਭਗਤ ਜੀ, ਉੱਥੇ ਵੀ ਜਿਹੜੇ ਬ੍ਰਾਹਮਣ ਸਨ ਅਤੇ ਉੱਥੇ ਬ੍ਰਾਹਮਣਾਂ ਦੇ ਵਿੱਚ ਬੜੇ ਐਸੇ ਬ੍ਰਾਹਮਣ ਸਨ ਜਿਹੜੇ ਲੋਕਾਂ ਨੂੰ ਆਪਣੀ ਵਿੱਦਿਆ ਦੇ ਨਾਲ ਬੜਾ ਅਤਿਅੰਤ ਦੁਖੀ ਕਰਦੇ ਸਨ। ਕਹਿਣ ਤੋਂ ਭਾਵ ਹੈ ਕਿ ਆਪਣੀ ਵਿੱਦਿਆ ਦਾ ਬੜਾ ਹੰਕਾਰ ਕਰਦੇ ਸਨ ਅਤੇ ਅਕਸਰ ਉਹ ਦੁਨੀਆ ਨੂੰ ਮਾਰ ਪਾਉਂਦੇ ਰਹਿੰਦੇ ਸਨ ਆਪਣੀ ਵਿੱਦਿਆ ਦੇ ਨਾਲ। ਰਵਿਦਾਸ ਭਗਤ ਜੀਆਂ ਦਾ ਜਦ ਉਹਨਾਂ ਦੇ ਨਾਲ ਬ੍ਰਾਹਮਣਾਂ ਦੇ ਨਾਲ ਮੇਲ ਹੋਇਆ, ਜੇ ਕੁਟੰਬ ਕੇ ਢੇਰ ਸਭ ਢੋਟ ਬੰਤਾ ਫਿਰੈ ਅਜੂ ਬਨਾਰਸੀ ਆਸ ਪਾਸ, ਅਚਾਰ ਸਹਿਤ ਵਿਪਰ ਕਰਹਿ ਡੰਡੌਤ ਤਿਨ ਤਨੈ ਰਵਿਦਾਸ ਦਾਸਾਨ ਦਾਸਾ। ਰਵਿਦਾਸ ਭਗਤ ਜੀਆਂ ਦੇ ਅੱਗੇ ਉਹ ਬ੍ਰਾਹਮਣ ਵੀ ਅਕਸਰ ਝੁਕ ਜਾਂਦੇ ਨੇ, ਕਿਉਂਕਿ ਬ੍ਰਾਹਮਣਾਂ ਦੇ ਨਾਲ ਗਿਆਨ ਗੋਸ਼ਟੀ ਰਵਿਦਾਸ ਭਗਤ ਜੀ ਕਰਦੇ ਨੇ। ਇਹ ਬ੍ਰਾਹਮਣ ਕਿ ਜਿਹੜੇ ਲੋਕਾਂ ਨੂੰ, ਕਿਉਂਕਿ ਪੁਰਾਤਨ ਸਮਿਆਂ ਦੇ ਵਿੱਚ ਇਹ ਰਿਵਾਜ ਹੁੰਦਾ ਸੀ ਕਿ ਹਰ ਕੋਈ ਮਨੁੱਖ ਰੱਬ ਦੇ ਘਰ ਦੀਆਂ ਗੱਲਾਂ ਨੂੰ ਪੜ੍ਹ ਨਹੀਂ ਸਕਦਾ ਸੀ, ਹਰ ਕੋਈ ਰੱਬ ਦੇ ਘਰ ਦੀਆਂ ਗੱਲਾਂ ਨੂੰ ਸੁਣਾ ਨਹੀਂ ਸਕਦਾ ਸੀ। ਤੋ ਰਵਿਦਾਸ ਭਗਤ ਜੀ ਕਹਿਣ ਲੱਗੇ ਕਿ ਤੁਹਾਡਾ ਜਿਹੜਾ ਜਨਮ ਹੈ ਉਹ ਵੀ ਸਾਡੇ ਬਰਾਬਰ ਦਾ ਹੀ ਹੋਇਆ ਹੈ, ਅਸੀਂ ਵੀ ਰੱਬ ਦੇ ਘਰ ਦੀਆਂ ਗੱਲਾਂ ਨੂੰ ਪੜ੍ਹ ਸਕਦੇ ਹਾਂ, ਸੁਣਾ ਸਕਦੇ ਹਾਂ। ਪਰ ਬ੍ਰਾਹਮਣ ਕਹਿਣ ਲੱਗੇ ਨਹੀਂ, ਢੋਰ ਗਵਾਰ ਸੂਰ ਨਾਰੀ ਇਹ ਸਭ, ਇਹ ਜਿਹੜੇ ਮਨੁੱਖ ਨੇ ਨਾ, ਇਹਨਾਂ ਨੂੰ ਵਿੱਦਿਆ ਪੜ੍ਹਨ ਦਾ ਅਧਿਕਾਰ ਨਹੀਂ ਹੈ, ਇਹਨਾਂ ਨੂੰ ਤਾੜ ਕੇ ਰੱਖਣਾ ਪੈਂਦਾ ਹੈ। ਰਵਿਦਾਸ ਭਗਤ ਜੀ ਕਹਿਣ ਲੱਗੇ ਐਸਾ ਨਹੀਂ ਹੋਵੇਗਾ, ਚਲੋ ਠੀਕ ਹੈ, ਕਹਿੰਦੇ ਤੁਸੀਂ ਸਾਡੇ ਦੇ ਨਾਲ ਵਿੱਦਿਆ ਦੀ ਜਿਹੜੀ ਗਿਆਨ ਗੋਸ਼ਟੀ ਆ ਉਹ ਤੁਸੀਂ ਕਰ ਸਕਦੇ ਹੋ। ਕਾਂਸੀ ਦੇ ਵਿੱਚ ਵਿੱਦਿਆ ਦੀ, ਕਿਉਂਕਿ ਕਾਂਸੀ ਦੇ ਵਿੱਚ ਸੀ ਜਿਹੜੀਆਂ ਪੁਰਾਤਨ ਸਮੇਂ ਦੇ ਵਿੱਚ ਵਿੱਦਿਆ, ਉੱਥੇ ਬੜੇ ਪ੍ਰਕਾਰ ਦੀ ਪੜ੍ਹਾਈ ਜਾਂਦੀ ਸੀ। ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਮਹਾਨ ਬਖਸ਼ਿਸ਼ ਕੀਤੀ ਹੈ ਜਿਹੜੀ, ਜਿਸ ਧਰਤੀ 'ਤੇ ਅਸੀਂ ਬੈਠੇ ਹਾਂ, ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ, ਉਹ ਇਕੱਲੇ ਕਾਂਸੀ ਸੀ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਇਹ ਗੁਰੂ ਕੀ ਕਾਂਸੀ ਵਜੇਗੀ, ਗੁਰੂ ਦੀ ਅਕਾਲ ਪੁਰਖ ਮਹਾਰਾਜ ਦੀ ਰਹਿਮਤ ਬਖਸ਼ਿਸ਼ ਦੇ ਨਾਲ ਇਹ ਕਾਂਸੀ ਵਜੇਗੀ, ਔਰ ਇੱਥੇ ਵੀ ਜਿਹੜੀ ਵਿੱਦਿਆ ਹੈ ਉਹ ਪੜ੍ਹਾਈ ਜਾਇਆ ਕਰੇਗੀ। ਰਵਿਦਾਸ ਭਗਤ ਜੀਆਂ ਦੇ ਨਾਲ ਗਿਆਨ ਗੋਸ਼ਟੀ ਹੋਈ ਹੈ ਬ੍ਰਾਹਮਣ ਦੀ। ਭਗਤ ਰਵਿਦਾਸ ਜੀਆਂ ਦੇ ਬੋਲ ਵੀ ਗੁਰਬਾਣੀ ਦੇ ਵਿੱਚ ਆਉਂਦੇ ਨੇ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਜਿਹੜਾ ਸਾਡੀਆਂ ਰਗਾਂ ਦੇ ਵਿੱਚ ਖੂਨ ਵਗਦਾ ਹੈ, ਇਹ ਬ੍ਰਾਹਮਣ ਉਹੀ ਖੂਨ ਤੇਰੀਆਂ ਰਗਾਂ ਦੇ ਵਿੱਚ ਵੀ ਹੈ। ਤੇਰੇ ਕੋਈ ਸਪੈਸ਼ਲ ਦੁੱਧ ਨਹੀਂ ਚੱਲ ਰਿਹਾ ਰਗਾਂ ਦੇ ਵਿੱਚ ਕਿ ਤੂੰ ਬ੍ਰਾਹਮਣ ਹੈ, ਸਿਰਮੌਰ ਹੈ, ਤੂੰ ਉੱਚਾ ਹੈ। ਕਿਉਂਕਿ ਰਵਿਦਾਸ ਭਗਤ ਜੀਆਂ ਦਾ ਆਚਾਰ ਸਹਿਤ ਵਿਪਰ, ਆਚਾਰ ਸਹਿਤ ਭਾਵ ਉੱਚਾ ਆਚਰਣ, ਜਿਹੜਾ ਆਚਰਣ ਸੀ ਰਵਿਦਾਸ ਭਗਤ ਜੀਆਂ ਦਾ ਉਹ ਬੜਾ ਉੱਚਾ ਤੇ ਸੁੱਚਾ ਸੀ। ਉਹਨਾਂ ਦੇ ਆਚਰਣ ਕਹਿੰਦੇ ਨੇ ਉਹਨਾਂ ਦੇ ਬੋਲਾਂ ਨੂੰ, ਉਹਨਾਂ ਦੇ ਜਿਹੜੇ ਬੋਲ ਸਨ ਰਵਿਦਾਸ ਭਗਤ ਜੀਆਂ ਦੇ ਬੜੇ ਉੱਚੇ ਅਤੇ ਸੁੱਚੇ ਸਨ। ਪਰਮਾਤਮਾ ਦੇ ਨਾਲ ਰਵਿਦਾਸ ਭਗਤ ਦੀ ਪ੍ਰੀਤ
ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਪਰਮਾਤਮਾ ਦੇ ਨਾਲ ਰਵਿਦਾਸ ਭਗਤ ਦੀ ਜਿਹੜੀ ਪ੍ਰੀਤ ਸੀ ਇਹ ਇਸ ਕਰਕੇ ਜੁੜੀ ਸੀ ਕਿਉਂਕਿ ਰਵਿਦਾਸ ਭਗਤ ਜੀਆਂ ਨੇ ਕਹਿ ਦਿੱਤਾ ਸੀ ਕਿ ਇਹ ਪਰਮਾਤਮਾ ਜਿਹੜੀ ਮੇਰੀ ਸੱਚੀ ਪ੍ਰੀਤ ਹੈ ਇਹ ਮੈਂ ਤੁਹਾਡੇ ਨਾਲ ਜੋੜ ਲਈ ਹੈ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ। ਹੁਣ ਜਿਹੜੀ ਪ੍ਰੀਤ ਹੈ ਇਹ ਤੇ ਪਰਮਾਤਮਾ ਦੇ ਨਾਲ ਹਰ ਕੋਈ ਜੋੜ ਲੈਂਦਾ ਹੈ। ਪਰਮਾਤਮਾ ਦੇ ਅੱਗੇ ਤੇ ਹਰ ਕੋਈ ਝੁਕ ਜਾਂਦਾ ਹੈ, ਪਰ ਉਹ ਪ੍ਰੀਤ ਕਿਹੜੀ ਹੈ? ਜਿਹੜੀ ਪ੍ਰੀਤ ਦੇ ਨਾਲ ਰਵਿਦਾਸ ਭਗਤ ਜੀ ਨੀਚ ਜਾਤ ਹਰ ਜਵਤਿਆਂ ਉਤਮ ਪਦਵੀ ਪਾਏ, ਇੰਨੇ ਸ੍ਰੇਸ਼ਟ ਉੱਚੇ ਲੰਘ ਗਏ ਨੇ, ਤੇ ਜਿਹੜੇ ਮਨੁੱਖ ਆਪਣੇ ਆਪ ਨੂੰ ਸ੍ਰੇਸ਼ਟ ਅਖਵਾ ਰਹੇ ਨੇ ਉਹ ਹਜੇ ਤੱਕ ਪਰਮਾਤਮਾ ਦੇ ਦੁਆਰੇ ਤੱਕ ਨਹੀਂ ਪਹੁੰਚੇ। ਐਸੀ ਕਿਹੜੀ ਪ੍ਰੀਤ ਹੈ? ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ। ਇਹ ਪਰਮਾਤਮਾ ਜਿਹੜੀ ਮੇਰੇ ਕੋਲ ਸੱਚੀ ਪ੍ਰੀਤ ਸੀ ਇਹ ਮੈਂ ਤੁਹਾਡੇ ਨਾਲ ਜੋੜ ਲਈ ਹੈ। ਇਹ ਪ੍ਰੀਤ ਤੇ ਹਰ ਕੋਈ ਕਹਿੰਦਾ ਹੈ ਇਹ ਪਰਮਾਤਮਾ ਮੈਂ ਤੇਰੇ ਨਾਲ ਜੁੜਿਆ ਹੈ। ਕੌਣ ਨਹੀਂ ਕਹਿੰਦਾ? ਸਾਰੇ ਕਹਿੰਦੇ ਨੇ। ਇਹ ਪਰਮੇਸ਼ਰ ਜੋ ਕੁਛ ਕਰ ਰਿਹਾ ਹੈ ਇਹ ਸਭ ਕੁਛ ਤੇਰੇ ਹੁਕਮ ਦੇ ਅੰਦਰ ਹੋ ਰਿਹਾ ਹੈ। ਮੈਂ ਤੇ ਤੇਰੇ ਹੁਕਮ ਦੇ ਅੰਦਰ ਦੁਨੀਆਦਾਰੀ ਦੇ ਵਿੱਚ ਵਿਚਰ ਰਿਹਾ। ਸਾਰੇ ਕਹਿੰਦੇ ਨੇ। ਪਰ ਜਿਹੜੇ ਕਾਰਨ ਕਰਕੇ ਰਵਿਦਾਸ ਭਗਤ ਦੀ ਪ੍ਰੀਤ ਪਰਮਾਤਮਾ ਦੇ ਨਾਲ ਜੁੜੀ ਉਹ ਕੀ ਸੀ? ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ। ਇਹ ਤੇ ਗੱਲਾਂ ਸਾਰੇ ਕਹਿੰਦੇ ਨੇ। ਤੁਮ ਸਿਉ ਜੋਰ ਅਵਰ ਸੰਗ ਤੋਰੀ। ਗੁਰਬਾਣੀ ਦੇ ਵਿੱਚ ਇਹ ਸ਼ਬਦ ਰਵਿਦਾਸ ਭਗਤ ਦਾ ਦਰਜ ਹੈ। ਤੁਮ ਸਿਉ ਜੋਰ ਅਵਰ ਸੰਗ ਤੋਰੀ। ਜਿੱਥੇ ਜਾ ਕੇ ਦੁਨੀਆ ਦਾ ਅਤੇ ਰੱਬ ਦੇ ਭਗਤਾਂ ਦਾ ਰਸਤਾ ਅਲੱਗ ਹੁੰਦਾ ਹੈ, ਇੱਥੋਂ ਹੁੰਦਾ ਹੈ। ਕਿਉਂਕਿ ਮਨੁੱਖ ਪਰਮਾਤਮਾ ਦੇ ਨਾਲ ਜੁੜਦਾ ਹੈ ਕਿ ਇਹ ਪਰਮਾਤਮਾ ਮੈਂ ਤੇਰੇ ਨਾਲ ਜੁੜਿਆ ਹੋਇਆ, ਤਾਂ ਮਨੁੱਖ ਦੀ ਇੱਛਾ ਹੁੰਦੀ ਹੈ ਕਿ 10 20 50 ਬੰਦੇ 50 10 100 ਸਰੀਰ ਮੇਰੇ ਨਾਲ ਹੋਰ ਜੁੜੇ। ਬੰਦੇ ਦੀ ਇੱਛਾ ਹੁੰਦੀ ਹੈ ਕਿ ਮੇਰੇ ਨਾਲ ਮੈਂ ਪਰਮਾਤਮਾ ਤੇਰੇ ਨਾਲ ਜੁੜਿਆ ਹਾਂ ਤੇ ਮੇਰੇ ਨਾਲ ਬਹੁਤ ਸਾਰੇ ਜੁੜਨ। ਇੱਛਾ ਹੁੰਦੀ ਹੈ। ਪਰ ਇੱਥੋਂ ਜਿਹੜਾ ਭਗਤਾਂ ਦਾ ਰਸਤਾ ਹੈ ਇਹ ਅਲੱਗ ਹੁੰਦਾ ਹੈ। ਤੁਮ ਸਿਉ ਜੋਰ ਅਵਰ ਸੰਗ ਤੋਰੀ। ਐ ਪਰਮਾਤਮਾ ਰਵਿਦਾਸ ਭਗਤ ਜੀ ਕਹਿੰਦੇ ਨੇ ਐ ਪਰਮਾਤਮਾ ਮੈਂ ਤੇਰੇ ਨਾਲ ਸੱਚੀ ਪ੍ਰੀਤ ਜੋੜ ਲਈ ਹੈ, ਪਰ ਤੇਰੇ ਨਾਲ ਸੱਚੀ ਪ੍ਰੀਤ ਜੋੜ ਕੇ ਮੈਂ ਬਾਕੀਆਂ ਨਾਲੋਂ ਪ੍ਰੀਤ ਜਿਹੜੀ ਹੈ ਉਹ ਤੋੜ ਲਈ ਹੈ। ਬਾਕੀਆਂ ਨਾਲੋਂ ਪ੍ਰੀਤ ਮੈਂ ਤੋੜ ਲਈ ਹੈ। ਪਰਮਾਤਮਾ ਦੇ ਨਾਲ ਪ੍ਰੀਤ ਜੋੜ ਤਾਂ ਸਾਰੇ ਲੈਂਦੇ ਨੇ, ਪਰ ਪਰਮਾਤਮਾ ਦੇ ਨਾਲ ਪ੍ਰੀਤ ਜੋੜ ਕੇ ਬਾਕੀਆਂ ਸਾਰੀਆਂ ਨਾਲੋਂ ਤੋੜਦਾ ਕੋਈ ਹੈ। ਇੱਥੇ ਆ ਕੇ ਭਗਤਾਂ ਦਾ ਰਸਤਾ ਅਲੱਗ ਹੋ ਜਾਂਦਾ ਹੈ। ਇੱਥੇ ਆ ਕੇ ਰਸਤਾ ਜਿਹੜਾ ਹੈ ਉਹ ਅਲੱਗ ਹੋ ਜਾਂਦਾ ਹੈ ਕਿ ਪਰਮਾਤਮਾ ਨਾਲ ਪ੍ਰੀਤ ਜੋੜ ਲਈ, ਬਾਕੀਆਂ ਸਾਰਿਆਂ ਨਾਲੋਂ ਤੋੜ ਦਿੱਤੀ। ਕੌਣ ਹੈ? ਐਸਾ ਕੋਈ ਹੈ ਜਿਹੜਾ ਕਵੇ ਰਵਿਦਾਸ ਭਗਤ ਵਾਂਗੂ ਕਿ ਮੈਂ ਬਾਕੀ ਸਾਰਿਆਂ ਦੇ ਨਾਲੋਂ ਪ੍ਰੀਤ ਹੁਣ ਤੋੜ ਲਈ ਹੈ? ਕਿਉਂਕਿ ਪਰਮਾਤਮਾ ਹੁਣ ਮੈਂ ਦੁਨੀਆ ਦੇ ਦੱਸੇ ਹੋਏ ਮਾਰਗ ਦੇ ਮੁਤਾਬਕ ਨਹੀਂ ਚੱਲਣਾ। ਹੁਣ ਮੈਂ ਜਿਹਦੇ ਤੇਰੇ ਨਾਲ ਪ੍ਰੀਤ ਜੋੜੀ ਹੈ ਮੈਂ ਤੇਰੇ ਦੱਸੇ ਹੋਏ ਮਾਰਗ ਦੇ ਅਨੁਸਾਰ ਚੱਲਣਾ, ਤੇਰੇ ਹੁਕਮ ਦੇ ਅਨੁਸਾਰ ਚੱਲਣਾ ਹੈ।
मेरा हुण सुख दुख, मेरा चंगा मंदा, ये सारा कुछ हुण तेरे नाल ही है, दुनिया दे नाल नहीं है। ये परमात्मा दुनिया देखदी है मनुख दे गुनाहां नूं, तूं परमात्मा देखदा है गुणां नूं। इहदे विच गुण की ने? हर कोई परमात्मा दे नाल प्रीत पा लैंदा है, पर कोई रविदास भगत वर्गी प्रीत पावे भी परमात्मा दे नाल सच्ची प्रीत जोड़ के बाकियां सारियां दे नालों तोड़ लवे। साची प्रीत हम तुम स्यों जोरी, तुम स्यों जोर, ऐ परमात्मा तेरे नाल सच्ची प्रीत जोड़ के अवर संग तोड़ी मैं बाकी सारियां नालों तोड़ दिती है। मैं बाकी सारियां नालों तोड़ दिती है। जिथों जाके रविदास भगत दी प्रीत परमात्मा दे नाल जुड़ी है। जिन्ने भगत ने, जिन्ने महाबली योधे सूरमे होए ने, ये सब दे एक पासे दुनिया दा रस्ता सी, एक पासे इन्हां दा अपना बनाया होया रस्ता सी। ये दसे हुए मार्ग ते चले ने, ये दसे हुए मार्ग ते चले ने जो परमात्मा ने कहा है। परमात्मा मैं बाकियां नालों सारियां नालों तोड़ लई है। कोई मनुख अपनी जबान दे विचों इतनी वड्डी गल नहीं कह सकता कि परमात्मा मैं तेरे नाल लाइयां ने, हुण मैं दुनियादारी दे किसे बोलां दी परवाह नहीं करांगा। इनू कहंदे ने सच्ची प्रीत। हुण मैनू दुनिया दे बोलां दी कोई परवाह नहीं, हुण मैं तेरे नाल जो ला लई है। बाकियां दे नालों मैं सारियां दे नालों हुण अपनी प्रीत तोड़ लई है। ते मनुख दे कुछ ते झवेले पहलां दे हुंदे ने, कुछ वो परमात्मा दे दर ते आके परमात्मा दे दसे हुए मार्ग दे मुताबक नहीं चलदा, और फिर दुनियादारी दे झवेले दे विच जिवें दुनिया कहंदी है उवें फिर मनुख चलदा रहिंदा है परमात्मा दे मार्ग ते। परमात्मा दे घर विच आके भी दुनियादारी दे अनुसार चलदा है। फिर वो होर झवेलियां दे विच अपनी जिंदगी नूं उलझा लैंदा है। रविदास भगत जी कहंदे ने ये क्यों है? माधो अविद्या हित कीन, विद्या तो रहत ज्ञान तो हीने मनुखा दियां ये निशानियां ने। जिन्हां दे कोल ज्ञान है, क्योंकि मूर्खता दी जड़ और बहुते मनुख ने संसार दे विच माड़े कर्म करने, पाप कर्म करने, ये सारे दे सारे जन्म कित्थों लैंदे ने? अज्ञान दे विचों जन्म लैंदे ने, जिन्हां दे कोल ज्ञान नहीं है। जिन्हां दे कोल ज्ञान है उन्हां दे अंदरों ऐसे झरने फुट पैंदे ने, ऐसे झरने फुट पैंदे ने कि सदियां बीत जांदियां ने, उन्हां झरनियां दे विचों करोड़ां लोक अमृत पान करदे ने। उन्हां झरनियां दे विचों रविदास भगत दियां जियां दे अंदरों एक झरना फुटिया है, ਜਿਹੜੇ तमाम दुनिया दे कोने कोने ते झरने का पानी वहदा है, तो दुनिया वो अमृत पान कर रही है। अंदरों झरने उन्हां दे फुटदे ने। जिन्हां दे कोल विद्या है, ज्ञान है, ते जिन्ना टाइम मनुख विद्या हासिल नहीं करता, ज्ञान हासिल नहीं करता, उन्ना टाइम ये मनुख अद्धा सुत्या होया है ते अद्धा इहदा भाग है जिहड़ा वो जाग्या होया है। कदे सौ जांदा है, कदे जाग पैंदा है, कदे सौ जांदा है, कदे जाग पैंदा है, कदे एक कदम परमात्मा दे कर्म घर वल पटदा है, दो कदम फिर पिछे पट जांदा है। उत्थे दा उत्थे मनुख खड़ा है, ये ना पिछां गया है ना ये अगां गया है, विचकार दी जिंदगी दी लटक रही है। किस तां बिना माधो अविद्या हित कीन, जिन विवेक दीप मलीन। रविदास भगत जी कहते ने बिना विद्या तो मनुख की जिंदगी है जिहड़ी अधूरी है। बिना विद्या तो इसनूं ज्ञान जिहड़ा है वो हासिल नहीं हुंदा,
ਬਿਨਾਂ ਵਿਦਿਆ ਤੋਂ ਇਸ ਨੂੰ ਪਤਾ ਨਹੀਂ ਲੱਗਦਾ ਕਿ ਪਰਮਾਤਮਾ ਦੇ ਮਾਰਗ 'ਤੇ ਕਿਵੇਂ ਚੱਲਣਾ ਹੈ, ਕਦੋਂ ਚੱਲਣਾ ਹੈ, ਕਿਵੇਂ ਚੱਲਿਆ ਜਾਂਦਾ ਹੈ ਔਰ ਮੰਜ਼ਿਲ ਕੀ ਹੈ। ਰਵਿਦਾਸ ਭਗਤ ਜੀਆਂ ਦੇ ਕਾਂਸੀ ਦੇ ਬ੍ਰਾਹਮਣਾਂ ਦੇ ਨਾਲ ਅਨੇਕਾਂ ਵਿਚਾਰ ਹੋਏ ਨੇ, ਅਤੇ ਰਵਿਦਾਸ ਭਗਤ ਜੀਆਂ ਨੇ ਜਦ ਉਹਨਾਂ ਨੇ ਬ੍ਰਾਹਮਣਾਂ ਨੇ ਰਵਿਦਾਸ ਭਗਤ ਨੂੰ ਵੰਦਨਾ ਕੀਤੀ ਹੈ ਕਿ ਐ ਰਵਿਦਾਸ, ਤੇਰਾ ਉੱਚਾ ਆਚਰਣ ਦੇਖ ਕੇ, ਤੇਰੀ ਵਿਦਿਆ ਦੇਖ ਕੇ ਅਸੀਂ ਤੈਨੂੰ ਨਮਸਕਾਰ ਕਰਦੇ ਹਾਂ ਕਿ ਸਾਡੇ ਕੋਲ ਤੇਰੇ ਇਹਨਾਂ ਸਵਾਲਾਂ ਦਾ ਜਵਾਬ ਨਹੀਂ ਹੈ, ਕਿਉਂਕਿ ਸਾਡੇ ਕੋਲ ਇੰਨੀ ਵਿਦਿਆ ਨਹੀਂ ਹੈ ਕਿ ਤੇਰੇ ਸਵਾਲਾਂ ਦਾ ਜਵਾਬ ਅਸੀਂ ਦੇ ਸਕੀਏ। ਤੋ ਉੱਚਾ ਆਚਰਣ ਵੇਖ ਕੇ, ਉੱਚਾ ਆਚਰਣ ਵੇਖ ਕੇ ਰਵਿਦਾਸ ਭਗਤ ਜੀਆਂ ਦੇ ਚਰਨਾਂ 'ਤੇ ਕਾਂਸੀ ਦੇ ਬ੍ਰਾਹਮਣ ਡਿੱਗੇ ਨੇ। ਉਹਨਾਂ ਦੇ ਜਿਨ੍ਹਾਂ ਦੇ ਕੋਲ ਵਿਦਿਆ ਹੈ, ਗਿਆਨ ਹੈ, ਉਹਨਾਂ ਦੇ ਉਹ ਦੱਸੇ ਹੋਏ ਪਰਮਾਤਮਾ ਦੇ ਮਾਰਗ 'ਤੇ ਚੱਲ ਪੈਂਦੇ ਨੇ। ਰਵਿਦਾਸ ਭਗਤ ਜੀਆਂ ਦੇ ਇਹ ਬੋਲ, ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਰਵਿਦਾਸ ਭਗਤ ਦੀ ਇਹ ਬਾਣੀ ਲਿਖ ਲਿਖ ਕੇ ਬੜੇ ਪੋਸਟਰਾਂ 'ਤੇ ਲੱਗੀ ਹੋਈ ਹੈ, ਬੜੇ ਲੋਕਾਂ ਨੇ ਲਿਖ ਲਿਖ ਕੇ ਕੰਧਾਂ 'ਤੇ ਲਾਈ ਹੋਈ ਹੈ, ਬੜੇ ਲੋਕਾਂ ਨੇ ਲਿਖ ਲਿਖ ਕੇ ਆਪਣੇ ਘਰਾਂ ਦੇ ਵਿੱਚ ਲਾਈ ਹੋਈ ਹੈ। ਮੰਨਿਆ ਕਿਹਨੇ ਹੈ? ਕਿਸੇ ਨੇ ਨਹੀਂ ਮੰਨਿਆ, ਮੰਨਦਾ ਕੋਈ ਨਹੀਂ ਹੈ, ਮੰਨਿਆ ਕਿਸੇ ਨੇ ਨਹੀਂ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਐ ਪਰਮਾਤਮਾ, ਮੈਂ ਜਿਸ ਦਿਨ ਦੀ ਸੱਚੀ ਪ੍ਰੀਤ ਤੇਰੇ ਨਾਲ ਲਾਈ ਹੈ, ਉਸੇ ਦਿਨ ਤੋਂ ਮੈਂ ਬਾਕੀ ਸਾਰਿਆਂ ਦੇ ਨਾਲੋਂ ਪ੍ਰੀਤ ਤੋੜ ਲਈ ਹੈ। ਸਮਾਜਿਕ ਮਨੁੱਖ ਕਦੇ ਨਹੀਂ ਕਹਿ ਸਕਦਾ ਕਿ ਪਰਮਾਤਮਾ ਮੈਂ ਤੇ ਤੇਰੇ ਲੜ ਲੱਗਿਆ, ਬਾਕੀ ਹੁਣ ਮੈਂ ਸਾਰੇ ਛੱਡ ਦਿੱਤੇ ਨੇ। ਤੋ ਰਵਿਦਾਸ ਭਗਤ ਜੀਆਂ ਦੇ ਬੋਲ ਮਾਧੋ, ਅਵਿਦਿਆ ਹਿਤ ਕੀਨ ਜਿਨ ਵਿਵੇਕ ਦੇ ਮਲੀਨ। ਅਨੇਕਾਂ ਬੋਲ ਨੇ ਰਵਿਦਾਸ ਭਗਤ ਜੀਆਂ ਦੇ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਜ ਦੋਖ ਅਸਾਧ ਜਾਮੈ ਤਾਕੀ ਕੇਤਕ ਆਸ। ਇਹਨਾਂ ਦੇ ਵਿੱਚ ਇੱਕ ਇੱਕ ਦੋਖ ਪਾਇਆ ਗਿਆ, ਇੱਕ ਇੱਕ ਦੋਖ ਨੇ ਇਹਨਾਂ ਦਾ ਜੀਵਨ ਬਰਬਾਦ ਕਰਕੇ ਰੱਖ ਦਿੱਤਾ ਹੈ, ਖਤਮ ਕਰਕੇ ਰੱਖ ਦਿੱਤਾ ਹੈ। ਰਵਿਦਾਸ ਭਗਤ ਜੀ ਕਹਿੰਦੇ ਪੰਜ ਦੋਖ ਇਹ ਤੇਰੇ ਵਿੱਚ ਪਾਏ ਹੋਏ ਨੇ, ਜਰਾ ਆਪਣੇ ਜੀਵਨ ਦਾ ਧਿਆਨ ਰੱਖ ਕਿ ਇਹਨਾਂ ਤੋਂ ਬਚੇਗਾ ਕਿਵੇਂ। ਤੋ ਇਹਨਾਂ ਤੋਂ ਬਚਣ ਦਾ ਢੰਗ ਤਰੀਕਾ ਇੱਕੋ ਹੀ ਹੈ ਕਿ ਵਿਦਿਆ ਹੋਵੇ ਤੇ ਮਨੁੱਖ ਦੇ ਕੋਲ ਗਿਆਨ ਹੋਵੇ। ਰਵਿਦਾਸ ਭਗਤ ਜੀਆਂ ਦੇ ਇਹ ਬੋਲ ਆਪਾਂ ਸਾਰੀਆਂ ਸੰਗਤਾਂ ਨੇ ਸਰਵਣ ਕੀਤੇ ਨੇ। ਸਮਾਪਤੀ ਦਾ ਟਾਈਮ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।